ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਪਰਮੇਸ਼ਰ ਦਾ ਧੰਨਵਾਦ ਹੋ ਔਰ ਪ੍ਰਾਰਥਨਾ ਕਰਦੇ ਹਾਂ ਕਿ ਅੱਜ ਦਾ ਇਹ ਜੋ ਵਚਨ ਆ ਸਾਡੇ ਸਭਨਾਂ ਦੀ ਜ਼ਿੰਦਗੀ ਨੂੰ ਬਦਲਣ ਦਾ ਇੱਕ ਵਸੀਲਾ ਬਣੇਗਾ। ਤੋ ਪਿਛਲੇ ਦਿਨਾਂ ਤੋਂ ਅਸੀਂ ਸਿੱਖ ਰਹੇ ਹਾਂ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਆਦਮ ਦੇ ਪਾਪ ਕਰਨ ਦੇ ਕਾਰਨ ਮਨੁੱਖ ਜਾਤੀ ਨੂੰ ਹੋਏ ਨੁਕਸਾਨ। ਅੱਜ ਉਹਦਾ ਇਹ ਕਲਾਸ ਨੰਬਰ 4 ਆ। ਪਿਛਲੀ ਵਾਰ ਕੁਝ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹ ਕਲਾਸ ਅੱਧ 'ਚ ਹੀ ਰੁਕ ਗਈ ਸੀ। ਤੋ ਅੱਜ ਅਸੀਂ ਉਸ ਰਹਿੰਦੇ ਵਿਸ਼ੇ ਨੂੰ ਅਸੀਂ ਪੂਰਾ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੇ ਨੁਕਸਾਨ, ਇੱਕ ਵਾਰੀ ਫਿਰ ਮੈਂ ਜੋ ਨਵੇਂ ਆਏ ਨੇ ਉਹਨਾਂ ਵਾਸਤੇ ਮੈਂ ਰਿਪੀਟ ਕਰ ਦਿਆਂ। ਦੇਖੋ, ਇਹ ਪ੍ਰਚਾਰ ਨਹੀਂ ਆ। ਤੁਸੀਂ ਬਾਰ-ਬਾਰ ਅਸੀਂ ਕੁਝ ਗੱਲਾਂ ਰਿਪੀਟ ਕਰਾਂਗੇ। ਇਹ ਪ੍ਰਚਾਰ ਨਹੀਂ ਆ, ਇਹ ਕਲਾਸ ਆ। ਔਰ ਕਲਾਸ ਦੇ ਵਿੱਚ ਬਾਰ-ਬਾਰ ਕੁਝ ਗੱਲਾਂ ਨੂੰ ਦੁਹਰਾਇਆ ਜਾਂਦਾ ਹੈ ਤਾਂ ਕਿ ਅਸੀਂ ਅੱਛੇ ਤਰੀਕੇ ਨਾਲ ਸਮਝ ਸਕੀਏ। ਹੁਣ ਆਤਮਿਕ ਤੌਰ 'ਤੇ ਕੀ ਨੁਕਸਾਨ ਹੋ ਗਏ ਸੀ ਸਾਰੀ ਮਨੁੱਖ ਜਾਤੀ ਨੂੰ, ਕਿ ਆਤਮਿਕ ਤੌਰ 'ਤੇ ਸਭ ਦੇ ਸਭ ਸਾਰੀ ਮਨੁੱਖ ਜਾਤੀ ਆਤਮਿਕ ਤੌਰ 'ਤੇ ਮਰ ਚੁੱਕੀ ਸੀ। ਪਰ ਪ੍ਰਭੂ ਯਿਸੂ ਮਸੀਹ ਨੇ ਇੱਕ ਨਵਾਂ ਇੰਤਜ਼ਾਮ ਕੀਤਾ ਕਿ ਸਾਨੂੰ ਨਵੇਂ ਸਿਰਿਓਂ ਜਨਮ ਦੇ ਦਿੱਤਾ। ਫਿਰ ਸੰਗਤੀ ਟੁੱਟ ਗਈ ਸੀ। ਪਰਮੇਸ਼ਰ ਨੇ ਫਿਰ ਦੁਬਾਰਾ ਮਨੁੱਖ ਦੇ ਨਾਲ ਆਪਣੀ ਉਸ ਸੰਗਤੀ ਨੂੰ ਬਹਾਲ ਕੀਤਾ। ਫਿਰ ਅਸੀਂ ਪੜ੍ਹ ਰਹੇ ਸੀ, ਲਿਬਾਸ ਗਵਾਚ ਗਿਆ। ਆਦਮ ਕਹਿੰਦਾ, ਪਰਮੇਸ਼ਰ ਮੈਂ ਤੇਰੇ ਸਾਹਮਣੇ ਨਹੀਂ ਆ ਸਕਦਾ ਕਿਉਂਕਿ ਮੈਂ ਨੰਗਾ ਹਾਂ। ਲਿਬਾਸ ਗਵਾਚਣ ਦੇ ਕਾਰਨ ਪਰਮੇਸ਼ਰ ਦੇ ਸਾਹਮਣੇ ਨਹੀਂ ਆ ਰਿਹਾ। ਔਰ ਹੁਣ ਪਰਮੇਸ਼ਰ ਨੇ ਇਹ ਇੰਤਜ਼ਾਮ ਕੀਤਾ ਕਿ ਅਸੀਂ ਐਸੇ ਜਲਾਲੀ ਵਸਤਰ ਪਹਿਨੀਏ, ਅਸੀਂ ਐਸੇ ਆਤਮਿਕ ਵਸਤਰ ਪਹਿਨੀਏ। ਉਹਨਾਂ ਵਸਤਰਾਂ ਦੇ ਨਾਲ ਅਸੀਂ ਇਹ ਜੋ ਸਾਡੀ ਹੁਣ ਆਤਮਿਕ ਲੜਾਈ ਆ ਨਾ ਸ਼ੈਤਾਨ ਦੀ, ਜਿਸ ਤਰ੍ਹਾਂ ਸ਼ੈਤਾਨ ਹਵਾ ਦੇ ਸਾਹਮਣੇ ਔਰ ਆਦਮ ਦੇ ਸਾਹਮਣੇ ਆਪਣੇ ਛਲ ਛਰਿੰਦ ਲੈ ਕੇ ਆਇਆ ਸੀ, ਜਦੋਂ ਉਹ ਸਾਡੇ ਦੁਆਲੇ ਸਾਡੇ ਖਿਲਾਫ ਆਪਣੇ ਛਲ ਛਰਿੰਦ ਲੈ ਕੇ ਆਏ, ਅਸੀਂ ਇਸ ਲੜਾਈ ਨੂੰ ਮੁਕਾ ਸਕੀਏ ਔਰ ਮੁਕਾ ਕੇ ਖਲੋ ਸਕੀਏ। ਇਸ ਕਾਰਨ ਪਰਮੇਸ਼ਰ ਚਾਹੁੰਦਾ ਅਸੀਂ ਇਹ ਆਤਮਿਕ ਵਸਤਰ ਜਾਂ ਆਤਮਿਕ ਇਹ ਜੋ ਜਲਾਲੀ ਵਸਤਰ ਨੇ ਅਸੀਂ ਉਹਨਾਂ ਨੂੰ ਜ਼ਰੂਰ ਪਹਿਨੀਏ, ਜਿਨ੍ਹਾਂ 'ਚੋਂ ਅਸੀਂ ਪਿਛਲੀ ਵਾਰ ਸਿੱਖ ਚੁੱਕੇ ਸੀ। ਸਭ ਤੋਂ ਪਹਿਲਾਂ ਕਿ ਸਾਡੇ ਤੇ ਸੱਚਾਈ ਦੀ ਬੈਲਟ ਕੀ ਆ, ਜ਼ਰੂਰੀ ਆ। ਦੂਸਰਾ ਅਸੀਂ ਸਿੱਖਿਆ, ਪੜ੍ਹੋ ਜੀ, ਇਫਸੀਆਂ ਦੀ ਪੱਤਰੀ 6 ਬਾਬ ਉਹਦਾ 14 ਵਚਨ ਤੋਂ। ਸੋ ਤੁਸੀਂ ਆਪਣੀ ਕਮਰ ਸਚਾਈ ਨਾਲ ਕੱਸ ਕੇ, ਪਰਮੇਸ਼ਰ ਦਾ ਵਚਨ ਕਹਿੰਦਾ ਆਪਣੀ ਕਮਰ ਸਚਾਈ ਨਾਲ ਕੱਸ ਕੇ, ਹਾਂ, ਅਤੇ ਧਰਮ ਦੀ ਸੰਜੋਗ ਪਹਿਨ ਕੇ, ਔਰ ਧਰਮ ਦੀ ਸੰਜੋਗ ਪਹਿਨ ਕੇ, ਅਤੇ ਮਿਲਾਪ ਬਸ ਦੀ ਕਮਰ ਸਚਾਈ ਨਾਲ ਕੱਸ ਕੇ ਔਰ ਬਾਅਦ 'ਚ ਆ ਗਿਆ ਧਰਮ ਦੀ ਸੰਜੋਗ ਪਹਿਨ ਕੇ। ਹੁਣ ਇਸ ਧਰਮ ਦੀ ਸੰਜੋਗ 'ਚ ਅਸੀਂ ਸਿੱਖ ਰਹੇ ਸੀ ਕਿ ਇਹ ਜੋ ਸੰਜੋਗ ਆ, ਇਹਦਾ ਮੇਨ ਕੰਮ ਆ ਸਾਡੇ ਸਭ ਤੋਂ ਅਹਿਮ ਅੰਗ ਦਿਲ ਦੀ ਰੱਖਿਆ ਕਰਨਾ। ਔਰ ਇਹ ਸੰਜੋਗ ਸਰੀਰਕ ਤੌਰ ਤੇ ਜਦੋਂ ਵੇਖੀਏ, ਇਹ ਸੰਜੋਗ ਲੋਹੇ ਦੀਆਂ ਬਰੀਕ ਤਾਰਾਂ ਨੂੰ, ਬਰੀਕ ਔਰ ਮਜ਼ਬੂਤ ਤਾਰਾਂ ਨੂੰ ਬੁਣ ਕੇ ਬਣੀ ਹੁੰਦੀ ਆ। ਔਰ ਜਦੋਂ ਯੋਧਾ ਜਾਂ ਜਦੋਂ ਸਿਪਾਹੀ ਇਹਨੂੰ ਪਹਿਨਦਾ ਆ, ਜੇਕਰ ਕੋਈ ਤੀਰ ਆ ਵੀ ਜਾਵੇ, ਜੇਕਰ ਕੋਈ ਤੀਰ ਬਚ ਕੇ ਨਿਕਲ ਆਵੇ ਜਿਹੜਾ ਵਿਸ਼ਵਾਸ ਦੀ ਢਾਲ ਨਾਲ ਨਹੀਂ ਰੋਕਿਆ ਗਿਆ, ਫਿਰ ਇਹ ਸਾਡੇ ਸਰੀਰ ਨੂੰ, ਸਾਡੇ ਦਿਲ ਨੂੰ ਉਸ ਤੀਰ ਤੋਂ ਬਚਾਉਣ ਦੀ ਕੀ ਕਰਦੀ ਹੈ, ਪੂਰੀ ਕੋਸ਼ਿਸ਼ ਕਰਦੀ ਹੈ। ਔਰ ਇਹ ਕਾਮਯਾਬ ਵੀ ਹੁੰਦੀ ਹੈ, ਕਿਉਂਕਿ ਇਹ ਐਸੇ ਸਖਤ ਧਾਤ ਨਾਲ ਬਣੀ ਹੈ ਜਿਹਨੂੰ ਭੇਦ ਕੇ ਜਾਂ ਜਿਹਨੂੰ ਪਾੜ ਕੇ ਤੀਰ ਕੋਈ ਨਹੀਂ ਆ ਸਕਦਾ। ਹੁਣ ਆਤਮਿਕ ਤੌਰ ਤੇ ਉਹ ਤੇ ਇੱਕ ਸਰੀਰਕ ਤੌਰ ਤੇ ਲੋਹੇ ਨਾਲ ਬਣੀ ਹੋਈ ਸੰਜੋਗ ਆ, ਲੋਹੇ ਦੀਆਂ ਤਾਰਾਂ ਨਾਲ ਬਣੀ ਹੋਈ ਸੰਜੋਗ। ਪਰ ਹੁਣ ਆਤਮਿਕ ਤੌਰ ਤੇ ਇਹ ਸੰਜੋਗ ਕਿਸ ਤਰ੍ਹਾਂ ਬਣਨੀ ਆ, ਇਹਦੇ ਵਾਸਤੇ ਅਸੀਂ ਸਿੱਖ ਰਹੇ ਸੀ 6 ਕਦਮ, ਉਹ 6 ਧਾਗੇ, ਉਹ 6 ਤਾਰਾਂ, ਮਜ਼ਬੂਤ ਤਾਰਾਂ, ਜਿਹਨੂੰ ਬੁਣ ਕੇ ਇਹ ਬਣਦੀ ਆ ਸਾਡੇ ਵਾਸਤੇ ਇੱਕ ਸੰਜੋਗ। ਉਹਦੇ ਵਿੱਚ ਸਭ ਤੋਂ ਪਹਿਲਾਂ ਸੀ ਕਿ ਇੱਕ ਧਰਮੀ ਨੇ ਧਰਮ ਦੀ ਸੰਜੋਗ ਪਹਿਨਣੀ ਆ, ਤੇ ਧਰਮੀ ਨੇ ਧਰਮ ਦੀ ਸੰਜੋਗ ਕਿਸ ਤਰ੍ਹਾਂ ਪਹਿਨਣੀ ਆ। ਪਹਿਲਾ ਧਾਗਾ ਆ ਕਿ ਅਸੀਂ ਸਭ ਤਰ੍ਹਾਂ ਦੇ ਪੈਸੇ ਦੇ ਲਾਲਚ ਤੋਂ ਕੀ ਰਹੀਏ, ਦੂਰ ਰਹੀਏ। ਧਰਮੀ ਕਦੇ ਵੀ ਵੱਡੀ ਨਹੀਂ ਲੈਂਦਾ,
ਧਰਮੀ ਕਦੇ ਵੀ ਗਲਤ ਤਰੀਕੇ ਨਾਲ ਪੈਸਾ ਨਹੀਂ ਕਮਾਉਂਦਾ। ਧਰਮੀ ਕਦੇ ਵੀ ਗਲਤ ਤਰੀਕੇ ਦੇ ਨਾਲ ਆਪਣੀ ਕਮਾਈ ਨਹੀਂ ਕਰਦਾ। ਤੋ ਯਾਦ ਰੱਖੋ, ਜਦੋਂ ਤੁਸੀਂ ਗਲਤ ਤਰੀਕੇ ਦੇ ਨਾਲ ਪੈਸਾ ਕਮਾਉਣ ਦੀ ਇੱਛਾ ਰੱਖਦੇ ਹੋ ਜਾਂ ਗਲਤ ਤਰੀਕੇ ਨਾਲ ਪੈਸਾ ਕਮਾ ਰਹੇ ਹੋ, ਸਮਝ ਲਓ ਤੁਹਾਡੀ ਧਰਮ ਦੀ ਸੰਜੋਚ ਛੇਕ ਹੋ ਚੁੱਕਾ ਆ। ਤੇ ਇੱਕ ਦਿਨ ਸ਼ੈਤਾਨ ਦਾ ਤੀਰ ਐਸਾ ਚੱਲੇਗਾ, ਤੁਹਾਨੂੰ ਉਹ ਖਤਮ ਕਰ ਦੇਵੇਗਾ। ਫਿਰ ਅਸੀਂ ਦੇਖਿਆ ਕਿ ਧਰਮੀ ਦੁਸ਼ਟਾਂ ਦੀ ਰਾਏ ਜਾਂ ਮਤ ਤੇ ਨਹੀਂ ਚੱਲਦਾ। ਵਚਨ ਚ ਪੜ੍ਹਿਆ ਸੀ ਅਸੀਂ ਜ਼ਬੂਰ 1 ਔਰ 1 ਦੀ 5। ਉੱਥੇ ਕੀ ਲਿਖਿਆ ਸੀ? ਧਰਮੀ ਕੀ ਨਹੀਂ ਕਰਦਾ? ਦੁਸ਼ਟਾਂ ਦੀ ਮੱਤ ਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਕੀ ਰਹਿੰਦਾ ਆ? ਖੜਾ ਰਹਿੰਦਾ, ਬਲਕਿ ਉਹ ਹਮੇਸ਼ਾ ਵਿਵਸਥਾ ਵਿੱਚ ਕੀ ਰਹਿੰਦਾ ਆ? ਮਗਨ ਰਹਿੰਦਾ। ਧਰਮੀ ਕੀ ਕਰਦਾ ਆ? ਧਰਮੀ ਸ਼ੈਤਾਨ ਦੀ ਮੱਤ ਤੇ ਨਹੀਂ ਚੱਲਦਾ। ਧਰਮੀ ਜੋ ਸ਼ੈਤਾਨ ਉਹਨੂੰ ਕਹਿੰਦਾ ਉਹ ਨਹੀਂ ਚਾਹੁੰਦਾ। ਹੁਣ ਇੱਥੇ ਫਰਕ ਹੈ ਇੱਕ। ਪੜੋ ਜਰਾ ਜ਼ਬੂਰ 1 ਦੀ 1। ਸਭਨਾਂ ਨੂੰ ਮੂੰਹ ਜ਼ਬਾਨੀ ਯਾਦ ਹੈ, ਪਰ ਇੱਕ ਵਾਰ ਫੇਰ ਮੈਂ ਚਾਹੁੰਦਾ ਕਿ ਅਸੀਂ ਪੜ੍ਹੀਏ, ਸਭ ਸੁਣੀਏ। ਧਨ ਹੈ ਉਹ ਮਨੁੱਖ, ਧਨ ਆ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ। ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ। ਹੁਣ ਅਦਨ ਬਾਗ ਵਿੱਚ ਹੋਇਆ ਕੀ? ਅਦਨ ਬਾਗ ਦੇ ਵਿੱਚ ਆਦਮ ਤੇ ਹਵਾ ਉਸ ਦੁਸ਼ਟ ਸ਼ੈਤਾਨ ਦੀ ਮੱਤ ਉੱਤੇ ਚੱਲ ਗਏ। ਜੋ ਸ਼ੈਤਾਨ ਨੇ ਕਿਹਾ ਉਸ ਚੀਜ਼ ਨੂੰ ਅਪਣਾ ਲਿਆ। ਪਰ ਹੁਣ ਪਰਮੇਸ਼ਰ ਕਹਿੰਦਾ, ਜੇਕਰ ਤੁਸੀਂ ਧਰਮ ਦੀ ਸੰਜੋਗ ਪਹਿਨਣਾ ਚਾਹੁੰਦੇ ਹੋ, ਇੱਕ ਚੀਜ਼ ਦਾ ਖਿਆਲ ਰੱਖਿਓ, ਧਰਮੀ ਧਰਮ ਦੀ ਸੰਜੋਗ ਪਹਿਨਦਾ ਆ ਔਰ ਉਹਦਾ ਇਹ ਧਰਮ ਆ, ਉਹ ਦੁਸ਼ਟ ਦੀ ਮੱਤ ਉੱਤੇ ਕੀ ਨਹੀਂ ਕਰਦਾ? ਨਹੀਂ ਚੱਲਦਾ। ਦੁਸ਼ਟ ਚਾਹੇ ਜਿੰਨੇ ਮਰਜ਼ੀ ਤੁਹਾਨੂੰ ਜਿਹੜੇ ਮਰਜ਼ੀ ਤਰੀਕੇ ਦੇ ਨਾਲ ਲਾਲਚ ਦੇਣ ਦੇ ਲਈ ਔਰ ਤੁਹਾਡੇ ਜੀਵਨ ਦੇ ਵਿੱਚ ਅਲੱਗ-ਅਲੱਗ ਚਮਤਕਾਰ ਕਰਨ ਦੇ ਲਈ ਜਾਂ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਅੱਛਾ ਵੱਡਾ ਉੱਚਾ ਬਣਾਉਣ ਦੇ ਲਈ ਤੁਹਾਨੂੰ ਲਾਲਚ ਦੇ ਰੂਪ 'ਚ ਤੁਹਾਡੇ ਜੀਵਨ 'ਚ ਆਏਗਾ, ਉਹਨੂੰ ਉਸੇ ਵੇਲੇ ਉਹਦੀ ਮੱਤ ਨੂੰ ਆਪਣੇ ਜੀਵਨ 'ਚੋਂ ਖਾਰਜ ਕਰਨਾ ਆ। ਕਿਉਂਕਿ ਜੋ ਤੈਨੂੰ ਪਰਮੇਸ਼ਰ ਕਹਿੰਦਾ, ਜੋ ਤੈਨੂੰ ਪਰਮੇਸ਼ਰ ਦਾ ਵਚਨ ਕਹਿੰਦਾ, ਤੇਰਾ ਧਰਮ ਆ, ਤੂੰ ਉਹੀ ਕਰਨਾ। ਪਿਛਲੇ ਅਸੀਂ ਮੈਂ ਚਰਚਾ ਕਰ ਚੁੱਕਾ ਸੀ, ਧਰਮ, ਈਸਾਈ ਧਰਮ ਜਾਂ ਕੋਈ ਵੀ ਧਰਮ ਹੈ, ਸਿਰਫ ਨਾਮ ਨੇ। ਧਰਮ ਹੁੰਦਾ ਇੱਕ ਕੰਮ। ਹੁਣ ਸਾਡਾ ਧਰਮ ਕੀ ਆ? ਅਸੀਂ ਦੁਸ਼ਟਾਂ ਦੀ ਮੱਤ ਤੇ ਨਹੀਂ ਚੱਲਣਾ। ਅਸੀਂ ਹਰ ਵੇਲੇ ਪਰਮੇਸ਼ਰ ਦੀ ਵਿਵਸਥਾ ਤੇ ਕੀ ਰਹਿਣਾ ਆ? ਮਗਨ ਰਹਿਣਾ। ਧਰਮੀ ਕੀ ਨਹੀਂ ਕਰਦਾ? ਪੜ੍ਹੀਏ। ਧਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ। ਧਨ ਆ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ। ਨਾ ਪਾਪੀਆਂ ਦੇ ਰਾਹ ਵਿੱਚ ਖੜਾ ਨਾ ਪਾਪੀਆਂ ਦੇ ਰਾਹ 'ਚ ਖੜਾ ਰਹਿੰਦਾ, ਬਲਕਿ ਉਹ ਕਰਦਾ ਕੀ ਆ? ਹਾਂ। ਅਤੇ ਨਾ ਮਖੌਲੀਆਂ ਦੀ ਝੁੰਡੀ ਵਿੱਚ ਬਹਿੰਦਾ ਹੈ। ਹਾਂ। ਪਰ ਉਹ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਹੈ ਅਤੇ ਦਿਨ ਰਾਤ ਉਸ ਦੀ ਵਿਵਸਥਾ ਉੱਤੇ ਧਿਆਨ ਕਰਦਾ ਹੈ। ਔਰ ਦਿਨ ਰਾਤ ਉਹਦੀ ਵਿਵਸਥਾ ਤੇ ਕੀ ਕਰਦਾ ਆ? ਪਰਮੇਸ਼ਰ ਦਾ ਵਚਨ ਜੋ ਸਾਨੂੰ ਕਹਿੰਦਾ ਆ, ਅਸੀਂ ਦਿਨ ਰਾਤ ਉਹਦੇ ਤੇ ਕੀ ਕਰਨਾ ਆ? ਧਿਆਨ ਲਾਉਣਾ। ਸ਼ੈਤਾਨ ਸਾਡਾ ਧਿਆਨ ਭਟਕਾਉਣ ਦੇ ਲਈ ਆਏਗਾ। ਸ਼ੈਤਾਨ ਸਾਡਾ ਧਿਆਨ ਕਿਤੇ ਦੂਸਰੇ ਤਰਫ ਲਾਉਣ ਦੇ ਲਈ ਆਵੇਗਾ। ਪਰ ਜੇਕਰ ਇਹ ਵਚਨ, ਇਹ ਤੁਹਾਡਾ ਧਰਮ ਬਣ ਜਾਵੇ ਕਿ ਮੈਂ ਸਿਰਫ ਔਰ ਸਿਰਫ ਪਰਮੇਸ਼ਰ ਦੇ ਵਚਨਾਂ ਦੀ ਮੰਨਣੀ ਆ, ਮੈਂ ਸਿਰਫ ਔਰ ਸਿਰਫ ਦਿਨ ਰਾਤ ਪਰਮੇਸ਼ਰ ਦੇ ਵਚਨਾਂ ਤੇ ਧਿਆਨ ਕਰਨਾ ਆ, ਸ਼ੈਤਾਨ ਤੁਹਾਨੂੰ ਕਦੇ ਨਹੀਂ ਸੁੱਟ ਪਾਏਗਾ। ਇਸ ਲੜਾਈ ਨੂੰ ਤੁਸੀਂ ਮੁਕਾ ਕੇ ਖਲੋ ਸਕੋਗੇ। ਤੁਸੀਂ ਆਦਮ ਤੇ ਹਵਾ ਦੀ ਤਰ੍ਹਾਂ ਡਿੱਗੋਗੇ ਨਹੀਂ। ਹਾਲੇਲੂਇਆ। ਕਿਹਦੀਆਂ ਗੱਲਾਂ ਤੇ ਧਿਆਨ ਰੱਖਿਓ? ਕਿਹੜੀਆਂ ਗੱਲਾਂ 'ਚ ਮਗਨ ਰਹੋ? ਯਹੋਵਾ ਦੀ ਵਿਵਸਥਾ ਦੇ ਵਿੱਚ ਹਰ ਵੇਲੇ ਕੀ ਰਹੋ? ਮਗਨ ਰਹੋ। ਅੱਗੇ ਅਸੀਂ ਪੜ੍ਹਿਆ ਸੀ, ਧਰਮੀ ਦੇ ਵਿੱਚ ਕੋਈ ਲੋਭ ਲਾਲਚ ਨਹੀਂ ਹੁੰਦਾ। ਧਰਮੀ ਦਾ ਥੋੜਾ ਦੁਸ਼ਟ ਦੇ ਜ਼ਿਆਦਾ ਨਾਲੋਂ ਕੀ ਆ? ਪੜ੍ਹੀਏ ਜਰਾ ਜ਼ਬੂਰ 37 ਦੀ 16। ਜ਼ਬੂਰ 37 ਬਾਬ ਉਹਦਾ 16 ਵਚਨ ਪੜ੍ਹੀਏ। ਧਰਮੀ ਦਾ ਥੋੜਾ ਕਈਆਂ ਦੁਸ਼ਟਾਂ ਦੇ ਬਾਲੇ ਨਾਲੋਂ ਵੀ। ਲਿਖਿਆ ਕਈਆਂ ਦੁਸ਼ਟਾਂ ਦੇ ਬਾਲੇ, ਇੱਕ ਦੁਸ਼ਟ ਦੇ ਬਾਲੇ ਨਾਲੋਂ ਨਹੀਂ। ਧਰਮੀ ਦਾ ਥੋੜਾ ਕਈ ਦੁਸ਼ਟਾਂ ਦੀ ਵੱਧ ਜਾਇਦਾਦ ਨਾਲੋਂ। ਉਹ 'ਚ ਹੋ ਸਕਦਾ ਸੈਂਕੜੇ ਦੁਸ਼ਟਾਂ ਦੀ ਜਾਇਦਾਦ ਨੇ। ਦੁਸ਼ਟ ਨੇ ਜਾਇਦਾਦ ਬੜੀ ਕਮਾਈ ਹੋਵੇਗੀ, ਪਰ ਧਰਮੀ ਦਾ ਕਿੰਨਾ ਕੁ? ਥੋੜਾ ਕੁ। ਕਈ ਦੁਸ਼ਟਾਂ ਦੀ ਜਾਇਦਾਦ ਨਾਲੋਂ, ਜ਼ਿਆਦਾ ਨਾਲੋਂ। ਹਾਂ। ਕਈ ਦੁਸ਼ਟਾਂ ਦੇ ਬਾਲੇ ਨਾਲੋਂ ਵੀ ਚੰਗਾ ਹੈ। ਕਈ ਦੁਸ਼ਟਾਂ ਦੇ ਬਾਲੇ ਨਾਲੋਂ ਵੀ ਕੀ ਆ? ਚੰਗਾ। ਕੀ ਧਰਮੀ ਥੋੜੇ ਤੋਂ ਥੋੜੇ ਦੇ ਵਿੱਚ ਵੀ ਖੁਸ਼ ਰਹਿੰਦਾ ਹੈ। ਜੇਕਰ ਇਹ ਵਚਨ ਤੁਹਾਡਾ ਧਰਮ ਬਣ ਜਾਏਗਾ ਨਾ, ਕਿ ਜੋ ਪਰਮੇਸ਼ਰ ਮੈਨੂੰ ਦੇ ਰਿਹਾ ਆ,
ਮੈਂ ਉਹਦੇ 'ਚ ਖੁਸ਼ ਹਾਂ। ਜਿੰਨੀ ਮੇਰੀ ਅਰਨਿੰਗ ਆ, ਜਿੰਨੀ ਮੇਰੀ ਕਮਾਈ ਆ, ਮੈਂ ਉਹਦੇ 'ਚ ਖੁਸ਼ ਹਾਂ। ਇਹ ਮੇਰੇ ਲਈ ਕਾਫੀ ਆ। ਔਰ ਮੇਰੇ ਪਰਮੇਸ਼ਰ ਦੀ ਇਹ ਯੋਜਨਾ ਵਾ ਕਿ ਮੇਰੇ ਜੀਵਨ 'ਚ ਇੰਨਾ ਹੀ ਆਵੇ। ਕਦੇ ਵੀ ਕੋਈ ਲਾਲਚ ਤੁਹਾਡੇ ਜੀਵਨ 'ਚ ਆ ਨਹੀਂ ਸਕਦਾ। ਜੇ ਇਸ ਚੀਜ਼ ਨੂੰ ਤੁਸੀਂ ਆਪਣਾ ਧਰਮ ਬਣਾ ਲੋਗੇ, ਇਸ ਚੀਜ਼ ਨੂੰ ਧਰਮ ਬਣਾ ਕੇ ਇਹਦੀ ਸੰਜੋਗ ਪਹਿਨ ਲੋਗੇ ਨਾ, ਜੋ ਕੁਝ ਪਰਮੇਸ਼ਰ ਮੈਨੂੰ ਦੇ ਰਿਹਾ ਇਹ ਬੜਾ ਆ। ਜੋ ਕੁਝ ਮੈਂ ਕਮਾਈ ਕਰ ਰਿਹਾ ਬੜੀ ਆ। ਮੈਨੂੰ ਇਹਦੇ ਤੋਂ ਵੱਧ ਕੁਝ ਵੀ ਚਾਹੀਦਾ ਨਹੀਂ। ਹਰ ਲਾਲਚ ਜ਼ਿੰਦਗੀ 'ਚੋਂ ਦੂਰ ਹੋ ਜਾਵੇਗਾ। ਲਾਲਚ ਆਏਗਾ, ਪਾਪ ਵੀ ਆਏਗਾ। ਹਾਲੇਲੂਇਆ, ਹਾਲੇਲੂਇਆ। ਅੱਗੇ ਵਧਦੇ ਹਾਂ ਜੀ। ਅੱਜ ਅਸੀਂ ਨੰਬਰ 5, ਧਰਮੀ ਦਾ ਹੋਰ ਕੰਮ ਕੀ ਆ? ਕਹਾਵਤਾਂ ਦੀ ਕਿਤਾਬ 29 ਬਾਬ ਉਹਦਾ 7 ਵਚਨ। ਧਰਮੀ ਤਾਂ ਗਰੀਬਾਂ ਦੇ ਮੁਕੱਦਮੇ ਨੂੰ ਜਾਣਦਾ ਹੈ, ਹਾਂ, ਪਰ ਦੁਸ਼ਟ ਉਹਦੇ ਸਮਝਣ ਦਾ ਗਿਆਨ ਨਹੀਂ ਰੱਖਦਾ। ਮਤਲਬ ਧਰਮੀ ਦਿਆਲੂ ਆ। ਕਹਿੰਦਾ ਧਰਮੀ ਤੇ ਗਰੀਬਾਂ ਦੇ ਮੁਕੱਦਮੇ ਜਾਂ ਗਰੀਬਾਂ ਦੀਆਂ ਹਾਲਾਤਾਂ ਨੂੰ ਕੀ ਕਰਦਾ ਹੈ? ਉਹ ਜਾਣਦਾ। ਪਰ ਦੁਸ਼ਟ ਕੀ ਨਹੀਂ ਕਰਦਾ? ਹਾਂ, ਪਰ ਦੁਸ਼ਟ ਉਹਦੇ ਸਮਝਣ ਦਾ ਗਿਆਨ ਨਹੀਂ ਰੱਖਦਾ। ਪਰ ਦੁਸ਼ਟਾਂ ਦੀ ਇਸ ਗੱਲ ਉਹਨਾਂ ਦੀ ਸਮਝ ਚੋਂ ਕੀ ਆ? ਬਾਹਰ ਆ। ਹਾਂ ਹਾਂ, ਮਖੌਲੀਏ ਤਾਂ ਨਗਰ ਵਿੱਚ ਲਾਂਬੂ ਲਾਉਂਦੇ ਹਨ। ਇਹਨੂੰ ਜਰਾ ਹਿੰਦੀ 'ਚ ਪੜ੍ਹ ਦੋ। चतुर की बुद्धि अपनी चाल का जानना है, परंतु मूर्ख की मूर्खता छल करना है। हाँ, ਹੁਣ ਕਹਾਵਤਾਂ 29 ਦੀ 7 ਪੜੋ। धर्मी पुरुष कंगालों के मुकदमे में मन लगाता है, ਧਰਮੀ ਪੁਰਸ਼ ਕੰਗਾਲਾਂ ਦੇ ਮੁਕੱਦਮੇ 'ਚ ਕੀ ਲਾਉਂਦਾ ਆ? ਮਨ ਲਾਉਂਦਾ ਆ। परंतु दुष्ट जन उसे जानने की समझ नहीं रखता। ਹਾਂ, ਹੁਣ ਧਰਮੀ ਦਿਆਲੂ ਆ। ਇੱਕ ਜੇ ਲਿਖਿਆ ਧਰਮੀ ਜਾਨਵਰਾਂ ਦੀ ਵੀ ਕੀ ਲੈਂਦਾ ਆ? ਸੁੱਧ ਲੈਂਦਾ ਆ। ਜੇਕਰ ਤੁਹਾਡੇ ਅੰਦਰ ਦਇਆ ਆ ਨਾ, ਤੁਸੀਂ ਦਿਆਲੂ ਹੋ। ਵਚਨ ਲਿਖਿਆ ਜੇਕਰ ਤੁਸੀਂ ਪਿਆਰ ਨਹੀਂ ਕਰਦੇ ਕਿਸੇ ਨਾਲ, ਤੁਸੀਂ ਦਇਆ ਭਾਵ ਨਹੀਂ ਰੱਖਦੇ, ਤੇ ਤੁਸੀਂ ਛਣ ਛਣਾਉਂਦੇ ਸ਼ੈਣੇ ਤੇ ਠੰਠਣਾਉਂਦਾ ਪਿੱਤਲ ਹੋ। ਇਸ ਕਰਕੇ ਤੁਸੀਂ ਦਿਆਲੂ ਬਣੋ। ਧਰਮੀ ਦਿਆਲੂ ਆ। ਧਰਮੀ ਕਦੇ ਵੀ ਦੁਸ਼ਟ ਦੀ ਤਰ੍ਹਾਂ ਨਹੀਂ ਬਣਦਾ। ਜਿੱਥੇ ਕਿਤੇ ਧਰਮੀ ਨੂੰ ਦਿਖਦਾ ਆ ਕਿ ਕਿਸੇ ਨੂੰ ਮੇਰੀ ਮਦਦ ਦੀ ਜ਼ਰੂਰਤ ਆ, ਧਰਮੀ ਉੱਥੇ ਜ਼ਰੂਰ ਮਦਦ ਕਰਦਾ ਹੈ। ਹਾਲੇਲੂਇਆ, ਹਾਲੇਲੂਇਆ। ਜਦੋਂ ਇਸ ਗੱਲ ਨੂੰ ਤੁਸੀਂ ਧਰਮ ਬਣਾ ਲੋਗੇ ਕਿ ਮੈਂ ਗਰੀਬਾਂ ਦੇ ਹਰ ਗੱਲ ਦੀ ਸੁੱਧ ਲੈਣੀ ਆ। ਪਰਮੇਸ਼ਰ ਨੇ ਕਿਹਾ ਵਿਧਵਾ ਤੇ ਕੰਗਾਲਾਂ ਦੀ ਕੀ ਲਓ? ਸੁੱਧ ਲਓ। ਯਾਦ ਰੱਖੋ, ਤੁਸੀਂ ਜਿਸ ਮੁਹੱਲੇ 'ਚ ਰਹਿੰਦੇ ਹੋ ਜਾਂ ਜਿਸ ਨਗਰ 'ਚ ਤੁਸੀਂ ਰਹਿੰਦੇ ਹੋ, ਜਿਸ ਗਲੀ 'ਚ ਤੁਸੀਂ ਰਹਿੰਦੇ ਹੋ, ਜੇਕਰ ਤੁਹਾਡੇ ਹੁੰਦਿਆਂ ਉੱਥੇ ਕੋਈ ਭੁੱਖ ਨਾਲ ਮਰ ਗਿਆ, ਜਾਂ ਤੁਹਾਡੇ ਹੁੰਦਿਆਂ ਤੁਹਾਡੀ ਗਲੀ 'ਚ, ਤੁਹਾਡੇ ਮੁਹੱਲੇ 'ਚ ਕੋਈ ਭੁੱਖਾ ਸੌਂ ਗਿਆ ਆ, ਤੁਹਾਨੂੰ ਕਿਸ ਤਰ੍ਹਾਂ ਨੀਂਦ ਆਏਗੀ? ਤੁਸੀਂ ਕਿਸ ਤਰ੍ਹਾਂ ਸੌਂ ਸਕਦੇ ਹੋ? ਤੁਹਾਡੇ ਲਾਗੇ ਕੋਈ ਭੁੱਖ ਨਾ ਮਰ ਰਿਹਾ ਆ, ਤੁਹਾਡੇ ਲਾਗੇ ਕੋਈ ਕੰਗਾਲੀ ਦੇ ਨਾਲ ਮਰ ਰਿਹਾ। ਇਸ ਕਰਕੇ ਜੋ ਪਰਮੇਸ਼ਰ ਨੇ ਤੁਹਾਨੂੰ ਦਿੱਤਾ, ਤੁਸੀਂ ਜ਼ਰੂਰ ਉਹਦੀ ਮਦਦ ਕਰੋ। ਜੇ ਤੁਸੀਂ ਮਦਦ ਲਈ ਹੱਥ ਵਧਾਓਗੇ ਨਾ, ਤੇ ਹਰ ਤਰੀਕੇ ਦਾ ਆਪ ਲੈਣ ਦਾ ਲਾਲਚ ਤੁਹਾਡੇ ਜੀਵਨ 'ਚ ਖਤਮ ਹੋਏਗਾ। ਜਦੋਂ ਤੁਹਾਡੇ ਹੱਥ ਇਸ ਤਰ੍ਹਾਂ ਰਹਿਣਗੇ ਨਾ, ਤੇ ਤੁਹਾਡੇ ਹੱਥ ਇਸ ਤਰ੍ਹਾਂ ਨਹੀਂ ਰਹਿਣਗੇ। ਇਸ ਤਰ੍ਹਾਂ ਵਾਲੇ ਹੱਥ ਨਾ ਰੱਖੋ, ਇਹ ਵਾਲਾ ਹੱਥ ਰੱਖੋ। ਮੰਗਣ ਵਾਲੇ ਨਹੀਂ, ਕੁਛ ਦੇਣ ਵਾਲੇ ਬਣੋ। ਫਿਰ ਪਰਮੇਸ਼ਰ ਦੀ ਆਸ਼ੀਸ਼ ਵੀ ਤੁਹਾਡੇ ਤੇ ਆਏਗੀ। ਪਰਮੇਸ਼ਰ ਦਾ ਵਚਨ ਕਹਿੰਦਾ, ਦਿਓਗੇ ਤੇ ਦਿੱਤਾ ਜਾਵੇਗਾ, ਦਿਓਗੇ ਤੇ ਦਿੱਤਾ ਜਾਵੇਗਾ। ਇਸ ਚੀਜ਼ ਨੂੰ ਧਰਮ ਬਣਾ ਲਿਓ, ਇਹਦੀ ਸੰਜੋਗ ਪਹਿਨ ਲਿਓ। ਸ਼ੈਤਾਨ ਦਾ ਕੋਈ ਤੀਰ ਤੁਹਾਡੇ ਦਿਲ ਤੇ ਅਸਰ ਨਹੀਂ ਕਰੇਗਾ। ਅੱਗੇ ਪੜ੍ਹਦੇ ਹਾਂ ਜੀ। ਧਰਮੀ ਦਾ 6ਵਾਂ ਕੰਮ, ਜ਼ਬੂਰਾਂ ਦੀ ਕਿਤਾਬ 112 ਬਾਪ ਉਹਦਾ 6 ਵਚਨ। ਜ਼ਬੂਰ 112 ਉਹਦਾ 6 ਵਚਨ ਪੜ੍ਹੀਏ। ਉਹ ਕਦੀ ਵੀ ਨਾ ਡੋਲੇਗਾ, ਹਾਂ ਧਰਮੀ ਸਦਾ ਦੀ ਯਾਦਗਿਰੀ ਲਈ ਹੋਵੇਗਾ। ਹਾਂ, ਧਰਮੀ ਦਾ ਕੰਮ ਕੀ ਹੈ? ਮੇਨ ਕੰਮ। ਧਰਮੀ ਕਦੇ ਡੋਲਦਾ ਨਹੀਂ ਆ। ਚਾਹੇ ਕੋਈ ਪਰੇਸ਼ਾਨੀ ਆ ਜਾਏ, ਜਾਂ ਦੁੱਖ ਆ ਜਾਏ, ਜਾਂ ਮੁਸੀਬਤ ਆ ਜਾਏ, ਜਾਂ ਕੁਛ ਵੀ ਆ ਜਾਏ, ਧਰਮੀ ਦਾ ਕੰਮ ਹੈ ਸਥਿਰ ਰਹਿਣਾ। ਹੁਣ ਆਦਮ ਦੇ ਬਾਗ ਦੇ ਵਿੱਚ ਜੇਕਰ ਅਸੀਂ ਧਿਆਨ ਮਾਰੀਏ, ਤੇ ਕੀ ਆਦਮ ਤੇ ਹਵਾ ਨੂੰ ਕੋਈ ਮੁਸ਼ਕਲ ਸੀ? ਕੀ ਆਦਮ ਤੇ ਹਵਾ ਨੂੰ ਕੋਈ ਪਰੇਸ਼ਾਨੀ ਸੀ? ਕੋਈ ਪਰੇਸ਼ਾਨੀ ਨਹੀਂ ਸੀ।
ਬਸ ਥੋੜੇ ਜੇ ਲਾਲਚ ਦੇ ਕਾਰਨ, ਥੋੜੀ ਜੀ ਉੱਚੀ ਪਦਵੀ ਦੇ ਕਾਰਨ, ਥੋੜੀ ਜੀ ਮਸ਼ਹੂਰੀ ਦੇ ਕਾਰਨ ਉਹ ਉਸ ਪਦਵੀ ਤੋਂ ਕੀ ਹੋ ਗਏ? ਡਿੱਗ ਗਏ। ਇਸ ਕਰਕੇ ਧਰਮੀ ਦਾ ਕੰਮ ਕੀ ਹੈ? ਧਰਮੀ ਕੀ ਨਹੀਂ ਕਰਦਾ? ਧਰਮੀ ਡੋਲਦਾ ਨਹੀਂ। ਔਰ ਇਹਦਾ ਪੜ੍ਹੀਏ ਕਹਾਵਤਾਂ 12 ਦੀ 10 ਪੜ੍ਹੀਏ। ਕਹਾਵਤਾਂ 12 ਬਾਬ ਉਹਦਾ 10 ਵਚਨ। ਧਰਮੀ ਆਪਣੇ ਪਸ਼ੂ ਦੇ ਪ੍ਰਾਣਾਂ ਦੀ ਵੀ ਸੁੱਧ ਰੱਖਦਾ ਹੈ। ਧਰਮੀ ਆਪਣੇ ਪਸ਼ੂ ਦੇ ਪ੍ਰਾਣਾਂ ਦੀ ਵੀ ਕੀ ਕਰਦਾ ਆ? ਸੁੱਧ ਰੱਖਦਾ ਆ। ਹਾਂ, ਪਰ ਦੁਸ਼ਟਾਂ ਦਾ ਰਹਿਮ ਨਿਰਦਈ ਹੀ ਹੈ। ਹਾਂ। ਹੁਣ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿ ਰਿਹਾ? ਅਸੀਂ ਡੋਲਣਾ ਨਹੀਂ ਆ, ਚਾਹੇ ਕੁਛ ਵੀ ਆ ਜਾਵੇ। ਗੀਤ ਗਾਉਂਦੇ ਆ, ਚਾਹੇ ਨਸ਼ਟ ਹੋਵੇ, ਚਾਹੇ ਕਸ਼ਟ ਹੋਵੇ, ਯੀਸ਼ੂ ਹੈ ਮੇਰਾ ਹਮੇਸ਼ਾ ਸਾਥੀ। ਯਾਦ ਰੱਖੋ, ਡੋਲਣਾ ਕਿਸ ਤਰ੍ਹਾਂ ਤੁਸੀਂ ਡੋਲਣ ਤੋਂ ਬਚੋਗੇ? ਜੇਕਰ ਤੁਸੀਂ ਆਪਣੀ ਨੀਂਹ ਇਹਨਾਂ ਵਚਨਾਂ ਤੇ ਰੱਖੋਗੇ। ਅਗਲਾ ਸਟੈਪ ਇਹੀ ਆ। ਪਰਮੇਸ਼ਰ ਦਾ ਵਚਨ ਬੜੇ ਸਿਸਟਮ ਦੇ ਨਾਲ ਚੱਲ ਰਿਹਾ। ਪਰਮੇਸ਼ਰ ਨੇ ਬੜੇ ਸਿਸਟਮ ਦੇ ਨਾਲ ਸਭ ਗੱਲਾਂ ਨੂੰ ਆਪਣੇ ਵਚਨ 'ਚ ਦਰਜ ਕੀਤਾ। ਸਚਾਈ ਦੀ ਕਮਰਕਸ ਪਹਿਨੋ, ਧਰਮ ਦੀ ਕੀ ਪਾ ਲਓ? ਸੰਜੋਗ ਪਹਿਨੋ। ਇਹ ਧਰਮ ਦੀਆਂ ਗੱਲਾਂ ਨੂੰ ਜਦੋਂ ਤੁਸੀਂ ਆਪਣਾ ਕਰਤੱਵ ਬਣਾ ਲਓਗੇ, ਇਸ ਚੀਜ਼ ਨੂੰ ਜਦੋਂ ਤੁਸੀਂ ਧਰਮ ਬਣਾ ਲਓਗੇ ਕਿ ਮੇਰੇ ਜੀਵਨ ਦੇ ਵਿੱਚ ਪੈਸੇ ਦਾ ਕੋਈ ਲਾਲਚ ਨਾ, ਮੈਂ ਗਲਤ ਤਰੀਕੇ ਨਾਲ ਕਮਾਈ ਨਹੀਂ ਕਰਨੀ, ਇਹ ਤੁਹਾਡਾ ਜਦੋਂ ਧਰਮ ਬਣ ਜਾਵੇਗਾ। ਮੈਂ ਦੁਸ਼ਟਾਂ ਦੀ ਮੱਤ ਤੇ ਨਹੀਂ ਚੱਲਣਾ, ਹਮੇਸ਼ਾ ਪਰਮੇਸ਼ਰ ਦੀ ਵਿਵਸਥਾ ਤੇ ਕੀ ਰਹਿਣਾ ਹੈ? ਮਗਨ ਰਹਿਣਾ ਹੈ। ਮੈਂ ਦਿਲ ਦਾ ਗਰੀਬ ਬਣਨਾ, ਮਤਲਬ ਮਨ ਦੀ ਹਲੀਮੀ ਦੇ ਨਾਲ ਔਰ ਟੁੱਟੇ ਦਿਲ ਦੇ ਨਾਲ ਪਰਮੇਸ਼ਰ ਦੇ ਵਚਨਾਂ ਨੂੰ ਕੀ ਕਰਨਾ ਆ? ਮੰਨਣਾ ਆ। ਔਰ ਮੈਂ ਹਰ ਲੋਭ ਲਾਲਚ ਤੋਂ ਮੇਰਾ ਥੋੜਾ ਵੀ ਕਈ ਦੁਸ਼ਟਾਂ ਦੇ ਜ਼ਿਆਦਾ ਨਾਲੋਂ ਕੀ ਆ? ਚੰਗਾ। ਔਰ ਮੈਂ ਦਿਆਲੂ ਬਣਨਾ ਆ, ਇੱਥੋਂ ਤੱਕ ਕਿ ਮੈਂ ਡੋਲਣਾ ਨਹੀਂ। ਜਦੋਂ ਇਹ ਧਰਮ ਬਣ ਕੇ ਇੱਕ ਸੰਜੋਗ ਦੀ ਤਰ੍ਹਾਂ ਤੁਹਾਡੇ ਉੱਤੇ ਆਏਗਾ, ਇਹ ਕਰੇਗਾ ਤੁਹਾਡੇ ਦਿਲ ਦੀ ਰਕਸ਼ਾ। ਕਿਉਂਕਿ ਦਿਲ ਦੀ ਰਕਸ਼ਾ ਕਰਨੀ ਹੀ ਕਿਉਂ ਆ? ਪਰਮੇਸ਼ਰ ਦਾ ਵਚਨ ਕਹਿੰਦਾ, ਯਿਰਮੀਆ ਦੀ ਕਿਤਾਬ 17 ਬਾਬ ਉਹਦਾ 9 ਵਚਨ ਪੜ੍ਹੀਏ। ਯਿਰਮੀਆ ਦੀ ਕਿਤਾਬ 17 ਬਾਬ 9 ਵਚਨ। ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ। ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ। ਉਹ ਪੁੱਜ ਕੇ ਖਰਾਬ ਹੈ। ਔਰ ਇਹ ਕੀ ਆ? ਪੁੱਜ ਕੇ ਖਰਾਬ ਹੈ। ਹਾਂ, ਉਹਨੂੰ ਕੌਣ ਜਾਣ ਸਕਦਾ ਹੈ? ਉਹਨੂੰ ਕੌਣ ਜਾਣ ਸਕਦਾ ਹੈ? ਦਿਲ ਸਭ ਚੀਜ਼ਾਂ ਨਾਲੋਂ ਖਰਾਬ ਔਰ ਦਿਲ ਕੀ ਆ? ਧੋਖੇਬਾਜ਼। ਇਸ ਕਾਰਨ ਪਰਮੇਸ਼ਰ ਦਾ ਵਚਨ ਕਹਿੰਦਾ, ਇਸ ਦਿਲ ਦੀ ਕੀ ਕਰ? ਤੂੰ ਰੱਖਿਆ ਕਰ। ਜੇਕਰ ਤੇਰੇ ਦਿਲ ਤੇ ਸ਼ੈਤਾਨ ਦਾ ਕਬਜ਼ਾ ਹੋ ਗਿਆ ਨਾ, ਜੇਕਰ ਤੇਰੇ ਦਿਲ ਤੇ ਸ਼ੈਤਾਨ ਦੇ ਤੀਰਾਂ ਦਾ ਅਸਰ ਹੋ ਗਿਆ, ਆਤਮਿਕ ਤੌਰ ਤੇ ਤੂੰ ਮਰ ਜਾਵੇਂਗਾ। ਜਿਸ ਤਰ੍ਹਾਂ ਆਦਮ ਤੇ ਹਵਾ ਦੇ ਦਿਲ ਤੇ ਸ਼ੈਤਾਨ ਦੀਆਂ ਗੱਲਾਂ ਦਾ ਕੀ ਹੋ ਗਿਆ ਸੀ? ਅਸਰ ਹੋ ਗਿਆ। ਇਸ ਕਾਰਨ ਸਾਡੇ ਦਿਲ ਨੂੰ ਬਚਾਉਣ ਵਾਸਤੇ ਕਹਿੰਦਾ, ਤੂੰ ਧਰਮ ਦੀ ਕੀ ਪਾ ਲੈ? ਸੰਜੋਗ ਪਾ ਲੈ। ਇਹ ਜੋ 6 ਗੱਲਾਂ ਦਸੀਆਂ ਨੇ, ਜਦੋਂ ਇਹ ਗੱਲਾਂ ਧਰਮ ਬਣ ਕੇ ਸਾਡੇ ਉੱਪਰ ਰਹਿਣਗੀਆਂ, ਜਦੋਂ ਇਹਨਾਂ ਧਰਮ ਦੀਆਂ ਗੱਲਾਂ ਦੀ ਅਸੀਂ ਸੰਜੋਗ ਪਹਿਨਾਂਗੇ, ਕਦੇ ਵੀ ਸ਼ੈਤਾਨ ਦਾ ਤੀਰ ਸਾਡੇ ਦਿਲ ਦੇ ਖਿਲਾਫ ਨਹੀਂ ਹੋਵੇਗਾ। ਵਚਨ ਕਹਿੰਦਾ, ਦਿਲ ਪੁੱਜ ਕੇ ਖਰਾਬ ਤੇ ਕੀ ਆ? ਤੁਹਾਡਾ ਖਰਾਬ ਦਿਲ ਸਹੀ ਹੋ ਜਾਵੇਗਾ। ਪਰਮੇਸ਼ਰ ਦਾ ਵਚਨ ਕਹਿੰਦਾ, ਮੈਂ ਤੁਹਾਡਾ ਪੱਥਰ ਦਾ ਦਿਲ ਕੱਢ ਕੇ ਕਿਹੜਾ ਪਾ ਦਿਆਂਗਾ? ਮਾਸ ਦਾ ਦਿਲ ਪਾ ਦਿਆਂਗਾ। ਜਦੋਂ ਤੁਸੀਂ ਧਰਮ ਦੀ ਸੰਜੋਗ ਪਹਿਨ ਲਓਗੇ, ਜਦੋਂ ਵਚਨਾਂ ਦੇ ਅਨੁਸਾਰ ਸਿਰਫ ਔਰ ਸਿਰਫ ਪਰਮੇਸ਼ਰ ਦੇ ਵਚਨਾਂ ਤੇ ਧਿਆਨ ਲਾਓਗੇ, ਤੁਹਾਡਾ ਜਿਹੜਾ ਧੋਖੇਬਾਜ਼ ਦਿਲ ਆ ਨਾ, ਇੱਕ ਵਫਾਦਾਰ ਵਿਸ਼ਵਾਸੀ ਦਿਲ ਬਣ ਜਾਵੇਗਾ। ਜ਼ਰੂਰਤ ਕੀ ਆ? ਅਸੀਂ ਧਰਮ ਦੀ ਸੰਜੋਗ ਨੂੰ ਕੀ ਕਰ ਲਈਏ? ਕੁਝ ਕੰਮ ਨੇ। ਅਸੀਂ ਨਾਮ ਦੇ ਧਰਮੀ ਨਹੀਂ ਬਣਨਾ। ਧਰਮੀ ਮਤਲਬ ਧਰਮ ਕਮਾਉਂਦਾ, ਧਰਮ ਦੇ ਕੁਝ ਕੰਮ ਕਰਦਾ ਆ, ਉਹਦੇ ਜੀਵਨਾਂ 'ਚ ਕੁਝ ਲਕਸ਼ ਨੇ, ਉਹਦੇ ਜੀਵਨਾਂ ਦੇ ਕੁਝ ਨਿਯਮ ਨੇ, ਕੁਝ ਪ੍ਰਿੰਸੀਪਲ ਨੇ, ਜਿਨ੍ਹਾਂ ਤੋਂ ਉਹ ਕਦੇ ਵੀ ਮੁੜਦਾ ਨਹੀਂ, ਚਾਹੇ ਕੁਛ ਵੀ ਹੋ ਜਾਏ। 5 ਗੱਲਾਂ ਪੜ੍ਹੀਆਂ, 6ਵੀਂ ਗੱਲ ਕੀ ਸੀ? ਧਰਮੀ ਕੀ ਨਹੀਂ ਕਰਦਾ? ਡੋਲਦਾ। ਇਹ 5 ਗੱਲਾਂ ਤੋਂ ਡੋਲਦਾ ਨਹੀਂ। ਜੇ ਤੁਸੀਂ ਇਹਨਾਂ 5 ਗੱਲਾਂ ਤੋਂ ਡੋਲਦੇ ਨਹੀਂ, ਤੁਸੀਂ ਧਰਮੀ ਹੋ। ਤੁਹਾਡੇ ਉੱਪਰ ਧਰਮ ਦੀ ਸੰਜੋਗ ਆ, ਤੁਹਾਡਾ ਦਿਲ ਸੁਰੱਖਿਅਤ ਆ। ਸ਼ੈਤਾਨ ਦਾ ਕੋਈ ਵੀ ਵਿਚਾਰ, ਸ਼ੈਤਾਨ ਦਾ ਕੋਈ ਵੀ ਤੀਰ ਤੁਹਾਡੇ ਦਿਲ ਤੇ ਨਹੀਂ ਹੋਵੇਗਾ। ਸ਼ੈਤਾਨ ਦਾ ਕੋਈ ਵੀ ਤੀਰ ਤੁਹਾਡੇ ਦਿਲ ਤੇ ਕਬਜ਼ਾ ਨਹੀਂ ਕਰੇਗਾ, ਬਲਕਿ ਕਿਹਦਾ ਕਬਜ਼ਾ ਹੋਏਗਾ? ਤੁਹਾਡੇ ਦਿਲ ਤੇ। ਯਿਸੂ ਮਸੀਹ ਕਹਿੰਦਾ, ਮੈਂ ਤੇਰੇ ਦਿਲ ਦੇ ਦਰਵਾਜ਼ੇ ਤੇ ਕੀ ਕਰਦਾ? ਤੂੰ ਸੁਣ, ਮੈਂ ਕੀ ਕਰਨਾ ਚਾਹੁੰਦਾ। ਜਦੋਂ ਯਿਸੂ ਮਸੀਹ ਅੰਦਰ ਆ ਗਿਆ, ਕਦੇ ਵੀ ਸ਼ੈਤਾਨ ਦਾ ਕੋਈ ਵੀ ਪ੍ਰਭਾਵ ਸਾਡੇ ਜੀਵਨ 'ਚ, ਇਹ ਦਿਲ ਜਿਹੜਾ ਪੁੱਜ ਕੇ ਖਰਾਬ ਹੈ, ਇਹ ਦਿਲ ਜਿਹੜਾ ਬੇਈਮਾਨ ਆ,
ਇਹੀ ਦਿਲ ਇੱਕ ਅੱਛਾ, ਇਹੀ ਦਿਲ ਇੱਕ ਚੰਗਾ ਦਿਲ, ਔਰ ਇਹ ਦਿਲ ਇੱਕ ਵਿਸ਼ਵਾਸੀ ਦਿਲ ਬਣ ਜਾਵੇਗਾ। ਅੱਜ ਤੁਹਾਡਾ ਦਿਲ ਹੀ ਤੇ ਤੁਹਾਨੂੰ ਧੋਖਾ ਦਿੰਦਾ ਨਾ। ਕਈ ਵਾਰ ਕਹਿੰਦੇ ਆਰਾਧਨਾ ਚਾਹੁੰਦਾ, ਸਾਡਾ ਕੀ ਨਹੀਂ ਕਰਦਾ? ਦਿਲ ਨਹੀਂ ਕਰਦਾ। ਮੇਰਾ ਦਿਲ ਵਚਨਾਂ 'ਚ ਨਹੀਂ ਲੱਗਦਾ, ਮੇਰਾ ਦਿਲ ਪ੍ਰਾਰਥਨਾ ਕਰਨ 'ਚ ਨਹੀਂ ਲੱਗਦਾ। ਤੋ ਆਪੇ ਸਮੱਸਿਆ ਦਾ ਹੱਲ ਦੇਖ ਲਓ। ਇਹਦਾ ਮਤਲਬ ਦਿਲ ਤੇ ਕੀ ਹੋ ਗਿਆ ਆ? ਕੋਈ ਤੀਰ ਚੱਲ ਚੁੱਕਾ ਆ। ਆਪਣੇ ਧਰਮ ਦੇ ਕੰਮਾਂ, ਆਪਣੀ ਸੰਜੋਗ ਨੂੰ ਚੈੱਕ ਕਰ ਲੈਣਾ, ਕਿਤੇ ਮੇਰੀ ਸੰਜੋਗ 'ਚ ਕੋਈ ਸ਼ੇਕ ਨਹੀਂ ਹੋ ਗਿਆ। ਇਸ ਕਾਰਨ ਇਹ ਸੰਜੋਗ ਨੂੰ ਲਗਾਤਾਰ ਚੈੱਕ ਕਰਦੇ ਰਹੀਏ। ਇਹ ਸੰਜੋਗ ਦਾ ਹੋਣਾ ਹੀ ਜ਼ਰੂਰੀ ਆ, ਕਿਉਂਕਿ ਦਿਲ ਹੀ ਮੇਨ ਆ। ਜੇ ਦਿਲ ਨਹੀਂ ਤੇ ਇਨਸਾਨ ਵੀ ਨਹੀਂ। ਹਾਲੇਲੂਇਆ, ਹਾਲੇਲੂਇਆ। ਅੱਗੇ ਪੜ੍ਹਦੇ ਹਾਂ ਜੀ। ਇਫਸੀਆਂ ਦੀ ਪੱਤਰੀ 6 ਬਾਬ ਉਹਦਾ 14 ਤੋਂ। ਸੋ ਤੁਸੀਂ ਆਪਣੀ ਕਮਰ ਸੱਚਾਈ ਨਾਲ ਕੱਸ ਕੇ ਹਾਂ, ਅਤੇ ਧਰਮ ਦੀ ਸੰਜੋ ਪਹਿਨ ਕੇ ਧਰਮ ਦੀ ਸੰਜੋਗ ਪਹਿਨ ਕੇ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ ਜਾਓ। ਹੁਣ ਤੀਸਰੀ ਗੱਲ ਲਿਖੀ ਆ, ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਪਹਿਨ ਕੇ ਆਪਣੇ ਪੈਰੀ ਪਾ ਕੇ ਕੀ ਕਰ ਜਾਓ? ਖਲੋ ਜਾਓ। ਇਸ ਚੀਜ਼ ਨੂੰ ਬੜੇ ਧਿਆਨ ਦੇ ਨਾਲ ਸਾਨੂੰ ਸਮਝਣਾ ਪੈਣਾ। ਇਹ ਮਿਲਾਪ ਦੀ ਖੁਸ਼ਖਬਰੀ ਮਤਲਬ ਇਹ ਵਚਨ ਆ, ਪਰ ਜਦੋਂ ਅਸੀਂ ਇਹਨੂੰ ਦੇਖਦੇ ਹਾਂ ਤੇ ਇੱਕ ਅਜੀਬ ਜਿਹਾ ਸਾਨੂੰ ਇਹਦੇ ਵਿੱਚੋਂ ਕੁਝ ਦਿਖਾਈ ਦਿੰਦਾ ਆ ਕਿ ਇਹ ਵਚਨ ਨੇ, ਤੇ ਪਰਮੇਸ਼ਰ ਕਹਿੰਦਾ ਵਚਨ ਕਿੱਥੇ ਹੋਣੇ ਚਾਹੀਦੇ? ਪੈਰਾਂ ਦੇ ਹੇਠ। ਇੱਕ ਆਉਂਦੀ ਹੈ ਨਾ ਦਿਲ ਦੇ ਵਿੱਚ ਗੱਲ ਆਉਂਦੀ ਹੈ ਕਿ ਇਹ ਵਚਨ ਤੇ ਪਰਮੇਸ਼ਰ ਦੇ ਦਿਲ 'ਚ ਹੋਣੇ ਚਾਹੀਦੇ ਨੇ, ਕਿਉਂਕਿ ਪਰਮੇਸ਼ਰ ਦੱਸ ਕੀ ਕਹਿੰਦਾ? ਮੈਂ ਤੇਰੇ ਵਚਨਾਂ ਨੂੰ ਕਿੱਥੇ ਰੱਖਿਆ? ਪਰ ਇੱਥੇ ਕੀ ਕਹਿੰਦਾ ਪਰਮੇਸ਼ਰ ਦਾ ਵਚਨ? ਕਹਿੰਦਾ ਇਹ ਵਚਨ ਕਿੱਥੇ? ਕਈ ਸੋਚਣਗੇ ਪੈਰਾਂ ਦੇ ਵਿੱਚ, ਪਰ ਇਹਦਾ ਮਤਲਬ ਆ ਸਭ ਤੋਂ ਪਹਿਲਾਂ ਕਿ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ। ਖੁਸ਼ਖਬਰੀ ਦਾ ਪ੍ਰਚਾਰ ਕੀ ਆ? ਖੁਸ਼ਖਬਰੀ ਪਹਿਲਾਂ ਤੇ ਤੁਹਾਨੂੰ ਖੁਸ਼ ਕਰਦੀ ਆ, ਫਿਰ ਤੁਹਾਡੀ ਜ਼ਿੰਮੇਵਾਰੀ ਹੈ ਇਹ ਖੁਸ਼ਖਬਰੀ ਦਾ ਪ੍ਰਚਾਰ ਕੀ ਕਰਨਾ, ਅੱਗੇ ਲੈ ਕੇ ਜਾਣਾ। ਇਸ ਖੁਸ਼ਖਬਰੀ ਦੇ ਪ੍ਰਚਾਰ ਨੂੰ ਫੈਲਾਉਣਾ, ਭਾਵ ਕਿ ਤੁਸੀਂ ਖੁਦ ਬਚੇ ਹੋ, ਹੁਣ ਤੁਸੀਂ ਦੂਸਰਿਆਂ ਨੂੰ ਵੀ ਕੀ ਕਰਨਾ ਆ? ਬਚਾਉਣਾ। ਹੁਣ ਜਿੱਧਰ ਵੀ ਜਾਓ ਇਸ ਖੁਸ਼ਖਬਰੀ ਦੇ ਪੈਰਾਂ ਦੇ ਨਾਲ, ਇਸ ਖੁਸ਼ਖਬਰੀ ਦੇ ਪ੍ਰਚਾਰ ਦੀ ਤਿਆਰੀ ਦੀ ਜੁੱਤੀ ਪਾ ਕੇ ਕੀ ਕਰੋ? ਜਾਓ। ਪਰ ਅਸੀਂ ਕਿੱਧਰ ਜਾਂਦੇ ਆ? ਸਾਡੇ ਪੈਰ ਪਾਪ ਵੱਲ ਜਾਂਦੇ, ਸਾਡੇ ਪੈਰ ਗੁਨਾਹ ਵੱਲ ਜਾਂਦੇ ਨੇ। ਪਰ ਇਹ ਪਰਮੇਸ਼ਰ ਦੇ ਵਚਨਾਂ ਦੀ ਇਹ ਜੋ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆ ਨਾ, ਇਹ ਤੁਹਾਨੂੰ ਪਾਪ ਔਰ ਗੁਨਾਹ ਵੱਲ ਜਾਣ ਤੋਂ ਕੀ ਕਰਦੀ ਆ? ਰੋਕਦੀ ਹੈ। ਤੁਸੀਂ ਜਿੱਧਰ ਵੀ ਜਾਓਗੇ ਪ੍ਰਭੂ ਦੇ ਸੁਸਮਾਚਾਰ ਦੀ ਖੁਸ਼ਬੂ ਕੀ ਕਰੋਗੇ? ਫੈਲਾਓਗੇ। ਸੁਸਮਾਚਾਰ ਕੀ ਹੁੰਦਾ ਜਾਵੇਗਾ? ਫੈਲਦਾ ਜਾਵੇਗਾ। ਅਸੀਂ ਖੁਦ ਨਹੀਂ ਬਚਣਾ, ਹੋਰਾਂ ਨੂੰ ਵੀ ਕੀ ਕਰਨਾ ਹੈ? ਗੀਤ ਵੀ ਗਾਉਂਦੇ ਨਾ, ਖੁਦ ਬਚਣਾ ਕਾਫੀ ਨਹੀਂ ਹੈ, ਔਰੋਂ ਕੋ ਵੀ ਬਚਾਣਾ। ਤੇ ਵਚਨ ਕਿਹਾ, ਜਿਹੜਾ ਇਹ ਅੰਮ੍ਰਿਤ ਜਲ ਪੀਵੇਗਾ, ਫਿਰ ਲਿਖਤ ਅਨੁਸਾਰ ਉਹਦੇ ਅੰਦਰੋਂ ਵੀ ਕੀ ਹੋਏਗਾ? ਅੰਮ੍ਰਿਤ ਜਲ ਦੀਆਂ ਨਦੀਆਂ। ਇਸ ਕਾਰਨ ਅੱਜ ਆਪਣੇ ਪੈਰਾਂ ਨੂੰ ਚੈੱਕ ਕਰ ਲਓ। ਜਦੋਂ ਤੁਸੀਂ ਕਿਤੇ ਜਾਂਦੇ ਹੋ, ਤੁਹਾਡੇ ਪੈਰਾਂ ਦੇ ਵਿੱਚ ਕੀ ਆ? ਨਿੰਦਿਆ ਬਦਨਾਮੀ ਦੀ ਜੁੱਤੀ ਜਾਂ ਚੁਗਲੀ ਈਰਸ਼ਾ ਦੀ ਜੁੱਤੀ? ਇਹਨਾਂ ਜੁੱਤੀਆਂ ਨੂੰ ਉਤਾਰ ਦਿਓ। ਜਿੱਧਰ ਜਾਓ ਪ੍ਰਭੂ ਯੀਸ਼ੂ ਮਸੀਹ ਦਾ ਸੁਸਮਾਚਾਰ ਫੈਲਾਓ। ਖੁਦ ਜਿਸ ਤਰ੍ਹਾਂ ਬਚੇ ਹੋ, ਦੂਸਰੇ ਲੋਕਾਂ ਨੂੰ ਵੀ ਕੀ ਕਰੋ? ਬਚਾਓ। ਦੂਸਰਾ ਮਤਲਬ ਇਹ ਪੈਰਾਂ ਦੇ ਹੇਠ ਕਿਉਂ? ਸੁਸਮਾਚਾਰ ਦੀ ਤਿਆਰੀ ਦੀ ਜੁੱਤੀ ਸਾਡੇ ਪੈਰਾਂ ਦੇ ਹੇਠ ਇਹ ਕਿਉਂ ਕਿਹਾ ਗਿਆ? ਪਰਮੇਸ਼ਰ ਦਾ ਵਚਨ ਸਾਨੂੰ ਸਥਿਰ ਰੱਖਦਾ ਆ। ਮਤਲਬ ਕਿ ਹੁਣ ਮੈਂ ਤਿਲਕਣ ਵਾਲੀ ਜਗ੍ਹਾ ਤੇ ਨਹੀਂ, ਹੁਣ ਮੈਂ ਪਰਮੇਸ਼ਰ ਦੇ ਵਚਨਾਂ ਤੇ ਖੜਾ ਹਾਂ। ਇਹ ਪੈਰਾਂ ਥੱਲੇ ਹੋਣ ਦਾ ਮਤਲਬ ਮੈਂ ਇਹਨਾਂ ਤੇ ਖੜਾ ਹਾਂ, ਮੈਂ ਪਰਮੇਸ਼ਰ ਦੇ ਵਚਨਾਂ ਤੇ ਖੜਾ ਹਾਂ। ਹੁਣ ਪਰਮੇਸ਼ਰ ਦੇ ਵਚਨ ਕਦੇ ਵੀ ਮੈਨੂੰ ਡੋਲਣ ਨਹੀਂ ਦੇਣਗੇ। ਇਹੀ ਆ ਚਟਾਨ। ਦਲਦਲ ਚੋਂ ਕੱਢ ਕੇ ਕਿੱਥੇ ਲੈ ਕੇ ਆਇਆ? ਚਟਾਨ 'ਚ ਲੈ ਕੇ ਆਇਆ। ਇਸ ਚਟਾਨ ਤੇ ਜਦੋਂ ਮੇਲ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਤੁਸੀਂ ਪਹਿਨੋਗੇ, ਤੁਸੀਂ ਕਦੇ ਨਹੀਂ ਡੋਲੋਗੇ। ਨੰਬਰ 1, ਇਹ ਤੁਹਾਨੂੰ ਦੂਸਰੇ ਲੋਕਾਂ ਤੱਕ ਲੈ ਕੇ ਜਾਏਗੀ, ਇਹ ਤੁਹਾਨੂੰ ਸੰਭਾਲ ਕੇ ਰੱਖੇਗੀ। ਇਹ ਵਚਨ ਤੁਹਾਨੂੰ ਤੁਹਾਡੇ ਪੈਰਾਂ ਨੂੰ ਕੀ ਕਰਨਗੇ? ਦ੍ਰਿੜ ਕਰਨਗੇ। ਹਾਲੇਲੂਇਆ। ਇਸ ਕਾਰਨ ਪਰਮੇਸ਼ਰ ਨੇ ਇਹ ਜੋ ਜਲਾਲੀ ਬਸਤਰ ਸਾਨੂੰ ਦਿੱਤੇ ਹੋਏ ਨੇ,
ਇਹਨਾਂ ਵਸਤਰਾਂ ਨੂੰ ਪਹਿਨਣਾ ਬਹੁਤ ਹੀ ਜ਼ਰੂਰੀ ਹੈ। ਧਰਮੀ ਬਣੋ, ਧਰਮ ਦੀ ਸੰਜੋ ਪਹਿਨੋ ਔਰ ਮੇਲ ਮਿਲਾਪ ਦੀ ਤਿਆਰੀ ਦੀ ਖੁਸ਼ਖਬਰੀ ਦੀ ਜੁੱਤੀ ਪਾ ਕੇ ਹੁਣ ਕੀ ਕਰ ਜਾਓ, ਖਲੋ ਜਾਓ। ਖਲੋ ਜਾਣ ਦਾ ਮਤਲਬ ਕੀ ਆ ਕਿ ਸ਼ਾਇਦ ਅਸੀਂ ਪਹਿਲਾਂ ਖਲੋਤੇ ਨਹੀਂ ਸੀ, ਸੁੱਤੇ ਸੀ। ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਫੇਰ ਸੁੱਤਿਆ ਜਾਗ ਤੇ ਮੁਰਦਿਆਂ ਦੇ ਵਿੱਚੋਂ ਸਾਨੂੰ ਪਹਿਲੇ ਉਠਾਇਆ। ਹੁਣ ਪਰਮੇਸ਼ਰ ਨੇ ਮੇਲ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਕੀ ਪਾਈ ਆ। ਹੁਣ ਬਹਿਣ ਦਾ ਕੋਈ ਕੰਮ ਨਹੀਂ ਆ, ਹੁਣ ਲੇਟੇ ਰਹਿਣ ਦਾ ਕੋਈ ਕੰਮ ਨਹੀਂ ਆ, ਹੁਣ ਖੜੇ ਰਹਿਣ ਦਾ ਕੋਈ ਕੰਮ ਨਹੀਂ। ਤੁਸੀਂ ਮੇਲ ਮਿਲਾਪ ਦੀ ਤਿਆਰੀ ਦੀ ਜੁੱਤੀ ਪਾ ਲਈ ਆ। ਹੁਣ ਤੁਹਾਡਾ ਕੰਮ ਹੈ ਚੱਲਣਾ। ਤੁਸੀਂ ਮਸੀਹੀ ਸਫ਼ਰ 'ਚ ਦੌੜਨਾ ਆ, ਖੁਦ ਵੀ ਬਚਣਾ, ਹੋਰ ਵੀ ਕਈਆਂ ਨੂੰ ਕੀ ਕਰਨਾ ਆ। ਔਰ ਇਹ ਜੁੱਤੀ ਤੁਹਾਨੂੰ ਤੁਹਾਡੇ ਮਾਰਗ ਦੇ ਵਿੱਚ ਠੋਕਰਾਂ ਤੋਂ, ਹਰ ਕੰਡੇ ਤੋਂ, ਹਰ ਕੰਕੜ ਤੋਂ, ਹਰ ਪਰੇਸ਼ਾਨੀ ਤੋਂ ਕੀ ਕਰੇਗੀ? ਬਚਾਏਗੀ। ਮੇਲ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਮਤਲਬ ਅੱਜ ਤੋਂ ਮੈਂ ਪਰਮੇਸ਼ਰ ਦੇ ਵਚਨਾਂ ਤੇ ਖੜਾਂਗਾ। ਹਾਲੇਲੂਇਆ। ਤਾਂ ਅੱਜ ਦੇ ਲਈ ਇੰਨਾ ਹੀ ਕਾਫੀ ਆ। ਵੀਰਵਾਰ ਫਿਰ ਅਸੀਂ 11 ਵਜੇ ਲਾਈਵ ਹੋਵਾਂਗੇ। ਫਿਰ ਅਗਲੇ 2-3 ਸਟੈਪ ਜਿਹੜੇ ਨੇ ਉਹ ਅਸੀਂ ਸਿੱਖਾਂਗੇ ਜਲਾਲੀ ਬਸਤਰਾਂ ਦੇ ਵਿੱਚੋਂ ਹੋਰ ਕਿਹੜੇ ਰਹਿ ਗਏ। ਤਾਂ ਆਈਏ ਥੋੜੀ ਦੇਰ ਪ੍ਰਾਰਥਨਾ ਕਰਾਂਗੇ ਔਰ ਪ੍ਰਾਰਥਨਾ ਦੇ ਸਹਿਤ ਇੱਕ ਗੀਤ ਵੀ ਅਸੀਂ ਗਾਵਾਂਗੇ। ਗੀਤ ਨੰਬਰ 184, ਗੀਤਾਂ ਦੀ ਕਿਤਾਬ ਵਿੱਚੋਂ गीत नंबर 184। सच्चाई के मार्ग में प्रेम के झंडे के साथ। हालेलुया, हालेलुया। धन्यवाद, धन्यवाद, धन्यवाद। सच्चाई के मार्ग में प्रेम के झंडे के साथ साक्षियों के झुंड हम आगे बढ़े। सच्चाई के मार्ग में प्रेम के झंडे के साथ साक्षियों के झुंड हम आगे बढ़े। सत्य प्रभु यीशु के शूरवीरों हम एक आत्मा से साम धारण करें। सत्य प्रभु यीशु के शूरवीरों हम एक आत्मा से साम धारण करें। शुद्ध होके हम शक्तिमान भी, शुद्ध होके हम शक्तिमान भी। दुष्ट शत्रु शैतान सा युद्ध हम करें। दुष्ट शत्रु शैतान सा युद्ध हम करें। सच्चाई के मार्ग में प्रेम के झंडे के साथ साक्षियों के झुंड हम आगे बढ़े। सच्चाई के मार्ग में प्रेम के झंडे के साथ साक्षियों के झुंड हम आगे बढ़े। आत्मिक हथियार हम धारण करें। सत्य से कमर हम अपनी बांध लें। आत्मिक हथियार हम धारण करें। सत्य से कमर हम अपनी बांध लें। विश्वास की ढाल धर्म की जिलान। विश्वास की ढाल धर्म की जिलान। उधार का टोप पहन के तैयारी करें। उधार का टोप पहन के तैयारी करें। सच्चाई के मार्ग में प्रेम के झंडे के साथ साक्षियों के झुंड हम आगे बढ़े। सच्चाई के मार्ग में प्रेम के झंडे के साथ साक्षियों के झुंड हम आगे बढ़े। अब हमारे सामने बहुत बुराई है, हम भलाई पे जय पाना चाहिए। अब हमारे सामने बहुत बुराई है, हम भलाई से जय पाना चाहिए। पाप साथ में युद्ध करना है। पाप साथ में युद्ध करना है।
शत्रु पर जय पाने को, एक आत्मा की शांति पाने को उपवास हम करें, विनती भी करें, उपवास हम करें, विनती भी करें, नित्य स्तुति प्रार्थना में जागते रहें, नित्य स्तुति प्रार्थना में जागते रहें। सच्चाई के मार्ग में प्रेम के झंडे के साथ साक्षियों के झुंड हम आगे बढ़े। सच्चाई के मार्ग में प्रेम के झंडे के साथ साक्षियों के झुंड हम आगे बढ़े। सच्चाई के मार्ग में प्रेम के झंडे के साथ साक्षियों के झुंड हम आगे बढ़े। आत्मिक हथियार हम धारण करें, सत्य से कमर हम अपनी बांध लें। आत्मिक हथियार हम धारण करें, सत्य से कमर हम अपनी बांध लें। विश्वास की ढाल धर्म की झिलाम, विश्वास की ढाल धर्म की झिलाम। उधार काटो पहन के तैयारी करें, उधार काटो पहन के तैयारी करें। सच्चाई के मार्ग में प्रेम के झंडे के साथ साक्षियों के झुंड हम आगे बढ़े। सच्चाई के मार्ग में प्रेम के झंडे के साथ साक्षियों के झुंड हम आगे बढ़े। सच्चाई के मार्ग में प्रेम के झंडे के साथ साक्षियों के झुंड हम आगे बढ़े। हालेलुया। ਜਦੋਂ ਇੰਨੇ ਵੱਡੇ ਗਵਾਹਾਂ ਦੇ ਬੱਦਲਾਂ ਨੇ ਸਾਨੂੰ ਘੇਰਿਆ ਹੋਇਆ ਹੈ, ਤਾਂ ਅਸੀਂ ਵੀ ਆਪਣੇ ਪੈਰੀ ਮੇਲ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਪਾ ਕੇ ਉਹਦੇ ਗਵਾਹ ਬਣ ਕੇ ਅੱਗੇ ਵਧੀਏ। ਕਿਉਂਕਿ ਪਰਮੇਸ਼ਰ ਨੇ ਆਪਣੇ ਵਚਨਾਂ ਦੇ ਉੱਪਰ ਸਾਨੂੰ ਖੜਾ ਕਰਕੇ ਸਥਿਰ ਕੀਤਾ ਹੈ। ਇਹ ਆਤਮਿਕ ਹਥਿਆਰ ਹਰ ਆਤਮਿਕ ਇਨਸਾਨ ਤੇ ਹੋਣੇ ਜ਼ਰੂਰੀ ਹੈ। ਤਾਂ ਹੀ ਤੇ ਪਰਮੇਸ਼ਰ ਦੇ ਵਚਨ ਨੇ ਕਿਹਾ ਸਾਰੇ ਆਤਮਿਕ ਹਥਿਆਰ ਲੈ ਲਓ, ਤਾਂ ਕਿ ਜਦੋਂ ਬੁਰੇ ਦਿਨ ਹੋਣ ਤੁਸੀਂ ਉਹਦਾ ਸਾਹਮਣਾ ਕਰ ਸਕੋ। ਇਹਦੇ ਸਾਰੇ ਸ਼ਸਤਰ ਬਸਤਰ ਤੁਸੀਂ ਧਾਰਨ ਕਰੋ, ਤਾਂ ਕਿ ਸ਼ੈਤਾਨ ਜਦੋਂ ਛਲ ਛਰਿੰਦਾਂ ਦੇ ਸਾਹਮਣੇ ਤੁਹਾਡੇ ਖਿਲਾਫ ਆਵੇ, ਤੁਸੀਂ ਸਭੋ ਕੁਝ ਮੁਕਾ ਕੇ ਕੀ ਕਰ ਸਕੋ, ਖਲੋ ਸਕੋ। ਜ਼ੋਰ ਦਿਓ, ਧਿਆਨ ਰੱਖੋ, ਬਿਨਾਂ ਆਤਮਿਕ ਹਥਿਆਰਾਂ ਤੋਂ ਨਾ ਤੇ ਤੁਸੀਂ ਸਾਹਮਣਾ ਕਰ ਸਕਦੇ ਹੋ ਸ਼ੈਤਾਨ ਦਾ, ਤੇ ਨਾ ਹੀ ਤੁਸੀਂ ਆਤਮਿਕ ਜੀਵਨ 'ਚ ਅੱਗੇ ਹੀ ਵਧ ਸਕਦੇ ਹੋ। ਇਹ ਹਥਿਆਰ ਸਭ ਤੋਂ ਜ਼ਰੂਰੀ ਨੇ। तो आइए मैं सबना ਦੇ ਲਈ प्रार्थना ਕਰਾਂਗਾ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ, ਅਸੀਂ ਤੁਹਾਡੇ ਧੰਨਵਾਦੀ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ ਕਿ ਇੱਕ ਵਾਰ ਫੇਰ ਤੂੰ ਆਪਣੇ ਕਦਮਾਂ 'ਚ ਪਿਤਾ ਜੀ ਸਾਨੂੰ ਲੈ ਕੇ ਆਇਆ। ਤੇਰੀ ਸਤੁਤੀ ਕੀਤੀ, ਗੀਤ ਭਜਨ ਗਾਏ, ਆਰਾਧਨਾਵਾਂ ਕੀਤੀਆਂ, ਸਭ ਤੁਹਾਨੂੰ ਤੁਹਾਡੇ ਤੀਸਰੇ ਸਵਤ ਕਬੂਲ ਹੋਣ। ਅੱਜ ਪਿਤਾ ਅੱਜ ਵਚਨਾਂ ਦੁਆਰਾ ਇੱਕ ਵਾਰ ਫੇਰ ਗੱਲ ਕੀਤੀ, ਧਰਮ ਦੀ ਸੰਜੋ ਪਹਿਨਣੀ ਜ਼ਰੂਰੀ ਹੈ। ਧਰਮ ਦੀ ਸੰਜੋ ਦੇ ਲਈ ਜੋ ਜੋ ਗੱਲਾਂ ਜ਼ਰੂਰੀ ਸੀ ਉਹ ਪਿਤਾ ਤੂੰ ਆਪਣੇ ਵਚਨਾਂ 'ਚ ਦੱਸੀਆਂ। ਔਰ ਦੂਸਰਾ, ਸਾਡੇ ਸਭਨਾਂ ਦੇ ਪੈਰੀ ਮੇਲ ਮਿਲਾਪ ਦੀ ਤਿਆਰੀ ਦੀ ਖੁਸ਼ਖਬਰੀ ਦੀ ਜੁੱਤੀ ਵੀ ਹੋਣੀ ਜ਼ਰੂਰੀ ਹੈ, ਤਾਂ ਕਿ ਅਸੀਂ ਤੇਰੇ ਗਵਾਹ ਬਣ ਕੇ ਅੱਗੇ ਵਧੀਏ ਪਿਤਾ। ਔਰ ਦੂਸਰਾ ਇਹ ਯਾਦ ਰੱਖੀਏ, ਤੇਰੇ ਵਚਨਾਂ ਨੇ ਸਾਨੂੰ ਸਾਡੇ ਪੈਰਾਂ ਨੂੰ ਥੰਮ ਕੇ ਰੱਖਿਆ ਹੋਇਆ। ਤੇਰੇ ਵਚਨਾਂ ਨੇ ਜਿਸ ਤਰ੍ਹਾਂ ਇੱਕ ਜੁੱਤੀ ਸਾਡੇ ਪੈਰਾਂ ਨੂੰ ਜਕੜ ਕੇ ਰੱਖਦੀ ਆ, ਉਸ ਤਰ੍ਹਾਂ ਵਚਨਾਂ ਨੇ ਸਾਨੂੰ ਜਕੜ ਕੇ ਰੱਖਿਆ। ਅਸੀਂ ਕਦੇ ਵੀ ਨਹੀਂ ਡੋਲਾਂਗੇ ਪਿਤਾ, ਕਦੇ ਠੋਕਰ ਨਹੀਂ ਖਾਵਾਂਗੇ, ਕਦੇ ਕਿਸੇ ਗੱਲੋਂ ਪਰੇਸ਼ਾਨ ਨਹੀਂ ਹੋਵਾਂਗੇ, ਬਲਕਿ ਸਭ ਕੁਝ ਮੁਕਾ ਕੇ ਖਲੋ ਸਕਾਂਗੇ। ਪਿਤਾ, ਜਿੰਨੇ ਤੇਰੇ ਬੱਚਿਆਂ ਨੇ ਇਸ ਜਗ੍ਹਾ ਤੇ ਬੈਠ ਕੇ, ਜਿੰਨੇ ਤੇਰੇ ਬੱਚਿਆਂ ਨੇ ਮੋਬਾਈਲ ਦੇ ਜ਼ਰੀਏ ਨਾਲ ਸੁਣਿਆ, ਤੂੰ ਸਭਨਾਂ ਤੇ ਕਿਰਪਾ ਕਰੀ, ਸਭਨਾਂ ਤੇ ਤੇਰਾ ਫਜ਼ਲ ਬਣਿਆ ਰਹੇ, ਸਭਨਾਂ ਤੇ ਤੇਰੀ ਵੱਡੀ ਆਸ਼ੀਸ਼ ਬਣੀ ਰਹੇ ਪਿਤਾ। ਧੰਨਵਾਦੀ ਹਾਂ, ਅੱਜ ਤੱਕ ਸੰਭਾਲਿਆ, ਮਦਦ ਕੀਤੀ। ਗਾਂ ਵੀ ਆਪਣੇ ਆਪ ਨੂੰ ਸਭ ਗੱਲਾਂ ਨੂੰ ਤੇਰੇ ਯੋਰਾਵਰ ਹੱਥਾਂ ਸੌਂਪਦੇ ਹਾਂ, ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇਲੂਇਆ, 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 ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ ਇਹੀ ਕਲਾਸ ਦਾ ਭਾਗ ਨੰਬਰ 5 ਨੰਬਰ ਪਾਠ ਵੀਰਵਾਰ 11 ਵਜੇ ਅਸੀਂ ਲਾਈਵ ਹੋ ਕੇ ਲੈ ਕੇ ਆਵਾਂਗੇ। ਤਦ ਤੱਕ ਦੇ ਲਈ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲੇ, ਸਭਨਾਂ ਤੇ ਪਰਮੇਸ਼ਰ ਦੀ ਮਹਾਨ ਕਿਰਪਾ ਬਣੀ ਰਹੇ। ਸਭ ਨੂੰ ਜੈ ਮਸੀਹ ਦੀ।